ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ 7th ਲੈਸਨ ਡੋਂਟ ਬੋਦਰ ਜਾਂ ਫਿਰ ਅਨੋਏ ਐਨੀਵਨ। ਕਿਸੇ ਨੂੰ ਪਰੇਸ਼ਾਨ ਨਾ ਕਰੋ ਜਾਂ ਫਿਰ ਕਿਸੇ ਨੂੰ ਨਾਰਾਜ਼ ਨਾ ਕਰੋ। ਚਲੋ ਸ਼ੁਰੂ ਕਰਦੇ ਹਾਂ। ਇਹ ਪਾਰਟ ਲਿਖਿਆ ਹੈ ਬੋਦਰ ਨਾਟ ਬਟ ਕੋਆਪਰੇਟ। ਪਰੇਸ਼ਾਨ ਨਾ ਕਰੋ ਸਗੋਂ ਲੋਕਾਂ ਦਾ ਸਹਿਯੋਗ ਕਰੋ। ਆ ਦੇਖੋ ਮਦਦ ਕੀਤੀ ਜਾ ਰਹੀ ਹੈ, ਵਧੀਆ ਬਿਹੇਵ ਕੀਤਾ ਜਾ ਰਿਹਾ ਇੱਕ ਦੂਜੇ ਨਾਲ। ਆਪਾਂ ਇੱਥੇ ਕਹਾਣੀ ਪੜਾਂਗੇ ਸਟੋਰੀ। Grandpa, tell a new story today. Kamal and Daman asked their grandfather. दादा जी ਅੱਜ ਇੱਕ ਨਵੀਂ ਕਹਾਣੀ ਸੁਣਾਓ। ਕਮਲ ਤੇ ਦਮਨ ਨੇ ਉਹਨਾਂ ਦੇ ਦਾਦਾ ਜੀ ਨੂੰ ਕਿਹਾ। Tell me kids, would you listen about the worldly tales or my own self-experienced story? asked grandfather. ਤੇ ਦਾਦਾ ਜੀ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਕਿ ਤੁਸੀਂ ਦੁਨਿਆਵੀ ਕਹਾਣੀ ਸੁਣਨਾ ਚਾਹੋਗੇ ਜਾਂ ਮੇਰੀ ਆਪਣੀ ਅਨੁਭਵੀ ਜਿਹੜੀ ਕਹਾਣੀ ਹੈਗੀ ਹੈ ਉਹ ਸੁਣਨਾ ਚਾਹੋਗੇ। Grandpa, today you just narrate your own self-related story. ਤੇ ਉਹ ਕਹਿੰਦੇ ਦਾਦਾ ਜੀ ਅੱਜ ਤੁਸੀਂ ਆਪਣੀ खुद दी कहानी सुनाओ आप बीती। Listen kids, बच्चों फिर सुनो। At that time only 2 children from our courtyard used to study at school. उस समय साडे वेड़े विच सिर्फ 2 बच्चे ही स्कूल पढ़न जांदे सी। It was me and Jeeta from our neighborhood. ते ओ कौन सी 2 बच्चे? मैं ते जीता जो साडे गुआंढ विच रहिंदे ने। जीता always remained out of the house. ਤੇ ਜੀਤਾ ਹਮੇਸ਼ਾ ਘਰੋਂ ਬਾਹਰ ਰਹਿੰਦਾ ਸੀ। He used to come home in the evening. ਤੇ ਉਹ ਸ਼ਾਮ ਨੂੰ ਹੀ ਘਰ ਆਉਂਦਾ ਸੀ। He always kept on troubling his parents. ਤੇ ਉਹ ਹਮੇਸ਼ਾ ਆਪਣੇ ਮਾਪਿਆਂ ਨੂੰ ਮਾਤਾ ਪਿਤਾ ਨੂੰ ਪਰੇਸ਼ਾਨ ਕਰਦਾ ਸੀ। He had a little sister. ਉਸਦੀ ਇੱਕ ਨਿੱਕੀ ਜਾਂ ਛੋਟੀ ਭੈਣ ਸੀ। He always teased his little sister and made her cry. ਤੇ ਉਹ ਹਮੇਸ਼ਾ ਆਪਣੀ ਛੋਟੀ ਭੈਣ ਨੂੰ ਛੇੜਦਾ ਸੀ, ਤੰਗ ਕਰਦਾ ਸੀ ਤੇ ਉਹਨੂੰ ਰਵਾਉਂਦਾ ਸੀ। His parents kept on calling him by names. ਤੇ ਉਸਦੇ ਮਾਤਾ ਪਿਤਾ ਉਸ ਨੂੰ ਨਾਮ ਨਾਲ ਬੁਲਾਉਂਦੇ ਰਹਿੰਦੇ ਸੀ ਪਰ ਉਹ ਨਹੀਂ ਸੁਣਦਾ ਸੀ। ਅੱਗੇ ਚੱਲਦੇ ਹਾਂ। We were very poor. ਅਸੀਂ ਬਹੁਤ ਗਰੀਬ ਸੀ। I always helped my parents at work. ਪਰ ਮੈਂ ਹਮੇਸ਼ਾ ਕੰਮ ਵਿੱਚ ਆਪਣੇ ਮਾਪਿਆਂ ਦੀ ਮਦਦ ਕਰਦਾ ਸੀ। It was also my responsibility to take care of my younger brother and take him to school. ਤੇ ਮੈਂ ਆਪਣੇ ਛੋਟੇ ਭਰਾ ਨੂੰ ਬੜੇ ਪਿਆਰ ਨਾਲ ਸੰਭਾਲ ਕੇ ਉਹਨੂੰ ਸਕੂਲ ਵੀ ਲੈ ਕੇ ਜਾਂਦਾ ਸੀ ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਸੀ। My father also used to tell me that you should never bother your younger brother. ਤੇ ਮੇਰੇ ਪਿਤਾ ਜੀ ਮੈਨੂੰ ਇਹ ਵੀ ਸਮਝਾਉਂਦੇ ਸੀ ਕਈ ਵਾਰ ਕਿ ਮੈਨੂੰ ਆਪਣੇ ਛੋਟੇ ਭਰਾ ਨੂੰ ਕਦੇ ਤੰਗ ਨਹੀਂ ਕਰਨਾ ਚਾਹੀਦਾ। You should always help him. ਕਿ ਤੁਹਾਨੂੰ ਹਮੇਸ਼ਾ ਉਸਦੀ ਮਦਦ ਕਰਨੀ ਚਾਹੀਦੀ ਹੈ। I would do the same. ਤੇ ਮੈਂ ਵੀ ਅਜਿਹਾ ਹੀ ਕਰਦਾ ਸੀ। At school, I also got the award for the wisest child. ਸਕੂਲ ਵਿੱਚ ਮੈਨੂੰ ਸਭ ਤੋਂ ਵਧੀਆ ਬੁੱਧੀਮਾਨ ਬੱਚੇ ਦਾ ਵੀ ਅਵਾਰਡ ਮਿਲਿਆ ਸੀ। The two of us continued to study in the higher classes by supporting each other and our parents. ਤੇ ਅਸੀਂ ਦੋਵੇਂ ਇੱਕ ਦੂਜੇ ਦੀ ਮਦਦ ਕਰਕੇ ਅੱਗੇ ਤੱਕ ਪੜ੍ਹੇ ਤੇ ਨਾਲ ਦੀ ਨਾਲ ਆਪਣੇ ਮਾਪਿਆਂ ਦਾ ਵੀ ਅਸੀਂ ਦੋਵਾਂ ਭਰਾਵਾਂ ਨੇ ਧਿਆਨ ਰੱਖਿਆ। Then we both became senior officers in the army. ਤੇ ਫਿਰ ਅਸੀਂ ਦੋਵੇਂ ਫੌਜ ਵਿੱਚ ਸੀਨੀਅਰ ਵੱਡੇ ਅਹੁਦੇ ਦੇ ਅਫਸਰ ਲੱਗ ਗਏ। ਜੀਤਾ of our neighborhood could not study much. ਤੇ ਸਾਡੇ ਗੁਆਂਢ ਵਾਲਾ ਜਿਹੜਾ ਜੀਤਾ ਸੀ ਉਹ ਬਹੁਤ ਪੜ੍ਹਾਈ ਨਹੀਂ ਕਰ ਸਕਿਆ। And got involved in household chores, ਜਿਹਦਾ ਮਤਲਬ ਹੁੰਦਾ ਟਾਸਕ ਕੰਮ। ਉਹ ਘਰ ਦੇ ਕੰਮਾਂ ਵਿੱਚ ਲੱਗ ਗਿਆ ਕਿਉਂਕਿ ਨੌਕਰੀ ਤਾਂ ਮਿਲੀ ਨਹੀਂ। Kids, if you too want to become a successful person, then you have to support all your friends and family. ਬੱਚਿਓ ਜੇਕਰ ਤੁਸੀਂ ਵੀ ਇੱਕ ਸਫਲ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਪੋਰਟ ਕਰਨੀ ਪਏਗੀ ਆਪਣੇ ਪਰਿਵਾਰ ਦੀ ਤੇ ਆਪਣੇ ਦੋਸਤਾਂ ਦੀ। Yes, Grandpa. ਹਾਂਜੀ ਦਾਦਾ ਜੀ, we will become great officers like you.
ਅਸੀਂ ਤੁਹਾਡੇ ਵਾਂਗ ਵੱਡੇ ਅਹੁਦੇ ਵਾਲੇ ਅਫਸਰ ਬਣਾਂਗੇ, ਵਧੀਆ ਅਫਸਰ ਬਣਾਂਗੇ। ਨਾਓ ਵੀਲ ਮੇਕ ਸਮ ਗੁੱਡ ਟੀ ਫॉर ਯੂ। ਤੇ ਹੁਣ ਅਸੀਂ ਤੁਹਾਡੇ ਲਈ ਕੁਝ ਵਧੀਆ ਚਾਹ ਬਣਾ ਕੇ ਲੈ ਕੇ ਆਂਦੇ ਆਂ। Both the children ran away, bursting out happily. ਦੋਵੇਂ ਬੱਚੇ ਖੁਸ਼ੀ ਨਾਲ ਉੱਥੋਂ ਭੱਜ ਗਏ। What do you like to be? ਤੁਸੀਂ ਕੀ ਬਣਨਾ ਚਾਹੁੰਦੇ ਹੋ? ਇਹ ਜੋ ਬਹੁਤ ਜ਼ਿਆਦਾ ਗੰਦ ਪਾ ਰਹੇ ਜਾਂ ਇਹ ਜੋ ਆਪਣੇ ਵੱਡਿਆਂ ਦੀ ਮਦਦ ਕਰ ਰਹੇ ਨੇ? ਮੈਨੂੰ ਲੱਗਦਾ ਹੈ ਸਾਨੂੰ ਇਹ ਵਾਲਾ ਪਿਕਚਰ ਜ਼ਿਆਦਾ ਵਧੀਆ ਲੱਗਦਾ ਹੈ, ਮਦਦ ਕਰਨੀ। ਹੁਣ ਆਪਾਂ ਅੱਗੇ ਚੱਲਦੇ ਹਾਂ। B part, advantages of support or cooperation, यानी सहायता या सहयोग दे की फायदे हैगे ने। How do things become easy? चीज़ां किवें आसान बन जांदियां ने? कद बनदियां ने जद आपां एक दूजे दी मदद करदे हां। ਇੱਥੇ ਵੀ ਕਹਾਣੀ ਦਿੱਤੀ ਹੋਈ ਹੈ ਇੱਕ, how to have more fun while working, यानी ਕੰਮ ਕਰਦੇ ਸਮੇਂ ਹੋਰ ਜ਼ਿਆਦਾ ਮਸਤੀ ਕਿਵੇਂ ਕੀਤੀ ਜਾ ਸਕਦੀ ਹੈ। ਪੜ੍ਹਦੇ ਹਾਂ ਸਟੋਰੀ ਨੂੰ, ਕਹਾਣੀ ਨੂੰ। There was a big country, ਇੱਕ ਵੱਡਾ ਜਿਹਾ ਦੇਸ਼ ਸੀ। Many kings ruled over small areas in it, ਤੇ ਇਸ ਵੱਡੇ ਜਿਹੇ ਦੇਸ਼ ਦੇ ਵਿੱਚ ਕਈ ਰਾਜਿਆਂ ਵਿੱਚ ਛੋਟੇ-ਛੋਟੇ ਖੇਤਰਾਂ ਵਿੱਚ ਰਾਜ ਕਰਦੇ ਸੀ ਕੁਝ kings, ਕੁਝ ਰਾਜੇ। Instead of cooperating with one another, these kings kept on fighting amongst themselves. ਤੇ ਇੱਕ ਦੂਜੇ ਦੇ ਨਾਲ ਸਾਥ ਨਿਭਾਉਣ ਦੀ ਥਾਂ ਇੱਕ ਦੂਜੇ ਦੇ ਨਾਲ ਜਾਂ ਆਪਸ ਵਿੱਚ ਇਹ ਰਾਜੇ ਕੀ ਕਰਦੇ ਰਹਿੰਦੇ ਸੀ? ਲਗਾਤਾਰ ਲੜਦੇ ਰਹਿੰਦੇ ਸੀ। Seeing their continuous fight, a big country started attacking them. ਤੇ ਵੇਖ ਕੇ ਕਿ ਇਸ ਦੇਸ਼ ਦੇ ਰਾਜੇ ਤਾਂ ਆਪਸ ਦੇ ਵਿੱਚ ਹੀ ਲੜਦੇ ਰਹਿੰਦੇ ਆ, ਕੋਈ ਏਕਾ ਨਹੀਂ, ਦੂਜੇ ਦੇਸ਼ ਦੇ, ਵੱਡੇ ਦੇਸ਼ ਦੇ ਜਿਹੜੇ ਲੋਕ ਸੀ ਉਹਨਾਂ ਨੇ ਇਸ ਦੇਸ਼ ਤੇ ਹਮਲਾ ਕਰਤਾ। In each attack, it would seize the territories of one or two kings and enslave them. ਤੇ ਹਰ ਹਮਲੇ ਵਿੱਚ ਇੱਕ ਜਾਂ ਜ਼ਿਆਦਾ ਰਾਜਿਆਂ ਦੇ ਇਲਾਕੇ ਉਹ ਖੋਹ ਲੈਂਦੇ ਸੀ। ਸੀਜ਼ ਦਾ ਮਤਲਬ ਖੋਹ ਲੈਂਦੇ ਸੀ ਤੇ ਬਾਕੀ ਜਿਹੜੇ ਰਾਜੇ ਸੀ ਉਸ ਏਰੀਆ ਦੇ ਉਹਨਾਂ ਨੂੰ ਐਨਸਲੇਵ ਕਰ ਲੈਣਾ, ਮਤਲਬ ਗੁਲਾਮ ਬਣਾ ਲੈਂਦੇ ਸੀ, ਕਿਉਂਕਿ ਉਹਨਾਂ ਵਿੱਚ ਏਕਾ ਹੀ ਨਹੀਂ ਸੀ। Now those small territory kings began to worry that one day their turn would come too, but they were not talking about cooperation with one another due to their ego. ਪਰ ਹੁਣ ਹੋਇਆ ਕਿ ਹਰ ਹਮਲੇ ਦੇ ਬਾਅਦ ਜਦ ਰਾਜ ਜਾਂ ਏਰੀਆ ਉਹਨਾਂ ਨੇ ਆਪਣੇ ਕਾਬੂ ਵਿੱਚ ਕਰ ਲਿਆ, ਹੁਣ ਜਿਹੜੇ ਛੋਟੇ-ਛੋਟੇ ਰਾਜੇ ਸੀ ਉਹ ਚਿੰਤਾ ਵਿੱਚ ਆਉਣ ਲੱਗ ਗਏ ਕਿ ਉਹਨਾਂ ਦੀ ਵਾਰੀ ਵੀ ਆਵੇਗੀ ਤੇ ਉਹ ਇਸ ਹਮਲੇ ਦਾ ਕਿਵੇਂ ਮੁਕਾਬਲਾ ਕਰਨਗੇ। ਪਰ ਆਪਸ ਦੇ ਵਿੱਚ ਸਹਿਯੋਗ ਨਾ ਹੋਣ ਕਰਕੇ ਉਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸੀ, ਕਿਉਂਕਿ ਉਹਨਾਂ ਵਿੱਚ ਅਹੰਕਾਰ ਸੀ, ਈਗੋ ਸੀ। One day a wise old king humbled himself and begged all the kings to come together. ਤੇ ਇੱਕ ਦਿਨ ਇੱਕ ਬਜ਼ੁਰਗ ਬੁੱਧੀਮਾਨ ਰਾਜੇ ਨੇ ਬੜੀ ਨਿਮਰਤਾ ਦੇ ਨਾਲ ਸਾਰੇ ਰਾਜਿਆਂ ਨੂੰ ਇਕੱਠਾ ਕੀਤਾ ਵੀ ਰਾਜੇ ਸਾਰੇ ਦੇ ਸਾਰੇ ਇਕੱਠੇ ਹੋ ਜਾਣ ਤੇ ਉਹਨਾਂ ਨੂੰ ਇੱਕ ਬੇਨਤੀ ਕੀਤੀ। When all the kings got together, the old king explained. ਜਦੋਂ ਸਾਰੇ ਰਾਜੇ ਇਕੱਠੇ ਹੋ ਗਏ ਤਾਂ ਫਿਰ ਬਜ਼ੁਰਗ ਰਾਜੇ ਨੇ ਉਹਨਾਂ ਨੂੰ ਸਮਝਾਇਆ, if we do not cooperate with one another in this difficult time, if we do not cooperate with one another in this difficult time, we will all be enslaved. ਜੇਕਰ ਅਸੀਂ ਇਸ ਔਖੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਨਹੀਂ ਦਿੱਤਾ ਤਾਂ ਅਸੀਂ ਸਾਰੇ ਗੁਲਾਮ ਬਣ ਜਾਵਾਂਗੇ। If we want to be free, ਤਾਂ ਜੇਕਰ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ, we must all come together, ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਤੇ ਚਾਹੀਦਾ ਵੀ ਹੈ ਇਕੱਠੇ ਹੋਣਾ। Your identity cannot survive without cooperation. ਤੁਹਾਡੀ ਪਛਾਣ, ਆਈਡੈਂਟਿਟੀ ਦਾ ਮਤਲਬ ਪਛਾਣ, ਬਿਨਾਂ ਏਕੇ ਦੇ ਜਾਂ ਬਿਨਾਂ ਸਹਿਯੋਗ ਦੇ ਕੱਖ ਵੀ ਨਹੀਂ ਰਹਿਣੀ। All the kings agreed to the old man and took the oath to fight the enemy together. ਸਾਰੇ ਰਾਜਿਆਂ ਨੇ ਬੁੱਢੇ ਜਾਂ ਬਜ਼ੁਰਗ ਰਾਜੇ ਦੀ ਗੱਲ ਮੰਨ ਲਈ ਤੇ ਦੁਸ਼ਮਣ ਨਾਲ ਮਿਲ ਕੇ ਲੜਨ ਦਾ ਇੱਕ ਪਲਾਨ ਬਣਾਇਆ। Next time, when the king of that big country came to attack a small territory king,
The combined forces of all the down under kings shattered the armies of that king and took back all the small kingdoms. ਤੇ ਫੇਰ ਕੀ ਹੋਇਆ? ਅਗਲੀ ਵਾਰ ਜਦੋਂ ਉਸ ਵੱਡੇ ਦੇਸ਼ ਦੇ ਰਾਜੇ ਨੇ ਹਮਲਾ ਕੀਤਾ ਇੱਕ ਛੋਟੇ ਜਿਹੇ ਏਰੀਆ ਤੇ ਜਿਹਦੇ ਤੇ ਇੱਕ ਕਿੰਗ ਰਾਜ ਕਰ ਰਿਹਾ ਸੀ, ਤਾਂ ਉਸ ਟਾਈਮ ਤੇ ਸਾਰੇ ਦੇ ਸਾਰੇ ਰਾਜੇ ਉਹਨਾਂ ਨੇ ਆਪਣੀ ਸਾਰੀਆਂ ਫੌਜਾਂ ਇਕੱਠੇ ਕਰਕੇ ਉਸ ਵੱਡੇ ਜਿਹੜਾ ਰਾਜ ਸੀ ਕਿੰਗ ਉਹਦੇ ਤੇ ਹਮਲਾ ਕਰ ਦਿੱਤਾ। ਉਹਦੀ ਜਿਹੜੀ ਆਰਮੀ ਸੀ, ਫੌਜ ਸੀ, ਉਹਨੂੰ ਚੂਰ ਚੂਰ ਕਰ ਦਿੱਤਾ ਤੇ ਸਾਰੇ ਛੋਟੇ ਛੋਟੇ ਹਿੱਸਿਆਂ ਨੂੰ ਵਾਪਸ ਕਾਬੂ ਵਿੱਚ ਕਰ ਲਿਆ ਜੋ ਉਹਨੇ ਕੌਂਕਰ ਕੀਤੇ ਸੀ। ਹੀ ਹੈਡ ਕੌਂਕਰ, ਜੋ ਉਹਨੇ ਦਬਾ ਲਏ ਸੀ ਵੱਡੇ ਰਾਜੇ ਨੇ। ਨਾਓ ਆਲ ਦ ਸਮਾਲ ਟੈਰੀਟਰੀ ਕਿੰਗਸ ਵਰ ਹੈਪੀ, ਤੇ ਹੁਣ ਸਾਰੇ ਛੋਟੇ ਛੋਟੇ ਏਰੀਆ ਦੇ ਜਿਹੜੇ ਰਾਜੇ ਸੀ ਉਹ ਖੁਸ਼ ਸਨ। ਐਂਡ ਫਰਮ ਨਾਓ ਔਨਵਰਡਸ ਦੇ swore to cooperate with each other, ਤੇ ਹੁਣ ਉਹਨਾਂ ਨੇ ਇੱਕ ਦੂਜੇ ਦਾ ਸਾਥ ਦੇਣ ਦੀ ਸਹੁੰ ਖਾ ਲਈ ਸੀ ਵੀ ਇੱਕ ਦੂਜੇ ਨਾਲ ਰਲ ਕੇ ਹੀ ਚੱਲਾਂਗੇ ਅੱਗੇ। Seeing their cooperation, no big country dared to attack them again, ਤੇ ਉਹਨਾਂ ਦਾ ਇਹ ਸਹਿਯੋਗ, ਇਹ ਏਕਾ ਦੇਖ ਕੇ ਕਿਸੇ ਵੀ ਵੱਡੇ ਦੇਸ਼ ਤੇ ਹਿੰਮਤ ਨਹੀਂ ਹੋਈ ਵੀ ਉਹ ਜਾ ਕੇ ਦੁਬਾਰਾ ਉਹਨਾਂ ਤੇ ਹਮਲਾ ਕਰ ਸਕਣ। ਠੀਕ ਹੈ ਬੇਟਾ, ਸਮਝ ਆ ਗਿਆ? ਏਕੇ ਵਿੱਚ ਹੀ ਹਿੰਮਤ ਹੈਗੀ ਹੈ, ਬਲ ਹੁੰਦਾ ਹੈ ਵੀ ਉਹ ਕਿਸੇ ਦੁਸ਼ਮਣ ਨੂੰ ਹਰਾ ਸਕਦਾ ਹੈ। ਇੱਥੇ ਹੈਗਾ ਕੁਐਸਚਨ ਬੈਂਕ। ਪਹਿਲਾ ਕੁਐਸਚਨ, ਵਾਈ ਡਿਡ ਦ ਕਿੰਗ ਆਫ ਦ ਬਿਗ ਕੰਟਰੀ ਅਟੈਕ ਦ ਸਮਾਲ ਕਿੰਗਸ? ਵੱਡੇ ਦੇਸ਼ ਦੇ ਰਾਜੇ ਨੇ ਛੋਟੇ ਰਾਜਿਆਂ ਤੇ ਕਿਉਂ ਹਮਲਾ ਕੀਤਾ? ਤੇ ਇੱਥੇ ਮੈਂ ਆਨਸਰ ਲਿਖਿਆ ਹੈ, ਦ ਕਿੰਗ ਆਫ ਦ ਬਿਗ ਕੰਟਰੀ ਅਟੈਕ ਦ ਸਮਾਲ ਸਟੇਟ ਕਿੰਗਸ ਟੂ ਕੈਪਚਰ देयर ਟੈਰੀਟਰੀ ਐਂਡ ਐਨਸਲੇਵ them। ਵੱਡੇ ਦੇਸ਼ ਦੇ ਰਾਜੇ ਨੇ ਛੋਟੇ ਰਾਜਿਆਂ ਤੇ ਹਮਲਾ ਇਸ ਕਰਕੇ ਕੀਤਾ ਕਿਉਂਕਿ ਉਹ ਉਹਨਾਂ ਦੇ ਇਲਾਕੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਉਹ ਉਹਨਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਸੀ। ਸੈਕਿੰਡ, why were the small territory kings not cooperating with one another? ਜਿਹੜੇ ਛੋਟੇ ਰਾਜੇ ਸੀ ਉਹ ਇੱਕ ਦੂਜੇ ਦੇ ਨਾਲ ਕੋਆਪਰੇਟ ਕਿਉਂ ਨਹੀਂ ਕਰ ਰਹੇ ਸੀ? ਉਹ ਇੱਕ ਦੂਜੇ ਦਾ ਸਾਥ ਕਿਉਂ ਨਹੀਂ ਦੇ ਰਹੇ ਸੀ? ਇਹਦਾ ਆਨਸਰ ਮੈਂ ਇੱਥੇ ਲਿਖਿਆ, they were not helping each other due to their ego problem। ਉਹ ਆਪਣੇ ਹੰਕਾਰ ਹਉਮੈ ਕਰਕੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਹੇ ਸੀ। they continued to fight with each other, ਤੇ ਉਹ ਇੱਕ ਦੂਜੇ ਦੇ ਨਾਲ ਹੀ ਲੜਦੇ ਜਾ ਰਹੇ ਸੀ, ਮਦਦ ਕਰਨ ਲਈ ਤਿਆਰ ਨਹੀਂ ਸੀ। ਥਰਡ, who advised the small territory kings? ਛੋਟੇ ਰਾਜਿਆਂ ਨੂੰ ਕਿਸਨੇ ਐਡਵਾਈਸ ਕੀਤਾ, ਸਲਾਹ ਦਿੱਤੀ? A wise old king made them understand the situation। ਇੱਕ ਸਿਆਣੇ ਬਜ਼ੁਰਗ ਰਾਜੇ ਨੇ ਉਹਨਾਂ ਨੂੰ ਸਥਿਤੀ ਸਮਝਾਈ। Fourth, what did the old king preach? Preach ਦਾ ਮਤਲਬ ਸਮਝਾਣਾ, to others। ਉਸ ਬਜ਼ੁਰਗ ਰਾਜੇ ਨੇ ਦੂਜੇ ਰਾਜਿਆਂ ਨੂੰ ਕੀ ਸਮਝਾਇਆ? He taught others that if we do not cooperate with each other, ਉਸਨੇ ਦੂਜਿਆਂ ਨੂੰ ਇਹ ਸਿਖਾਇਆ, ਇਹ ਸਿੱਖਿਆ ਦਿੱਤੀ ਕਿ ਜੇਕਰ ਅਸੀਂ ਇੱਕ ਦੂਜੇ ਦਾ ਸਹਿਯੋਗ ਨਹੀਂ ਕਰਾਂਗੇ, we'll all become slaves in no time, ਤੇ ਫਿਰ ਅਸੀਂ ਸਾਰੇ ਥੋੜੀ ਦੇਰ ਦੇ ਵਿੱਚ ਹੀ ਗੁਲਾਮ ਬਣ ਜਾਾਂਗੇ ਉਸ ਵੱਡੇ ਰਾਜੇ ਦਾ। ਅੱਗੇ ਫਿਫਥ, why did the great king lose to the kings of small kingdoms? ਵੱਡਾ ਜਿਹੜਾ ਰਾਜਾ ਸੀ ਉਹਦੀ ਹਾਰ ਕਿਉਂ ਹੋ ਗਈ ਸੀ? ਅਜੇ ਤੱਕ ਤਾਂ ਉਹ ਜਿੱਤਦਾ ਆ ਰਿਹਾ ਸੀ। ਤੇ ਇੱਥੇ ਮੈਂ ਆਨਸਰ ਲਿਖਿਆ ਹੈ, all the kings of small states cooperated with each other। ਛੋਟੇ ਜਿਹੜੇ ਰਾਜ ਸੀ ਉਹਨਾਂ ਦੇ ਰਾਜਿਆਂ ਨੇ ਇੱਕ ਦੂਜੇ ਦਾ ਸਾਥ ਦਿੱਤਾ। and they prepared a very big army from all the states, ਤੇ ਉਹਨਾਂ ਨੇ ਸਾਰੀ ਸਟੇਟਸ ਤੋਂ ਇੱਕ ਵੱਡੀ ਫੌਜ ਤਿਆਰ ਕੀਤੀ। together they defeated the king of the big state, ਫਿਰ ਰਲ ਕੇ ਉਹਨਾਂ ਨੇ ਇਕੱਠੇ ਮਿਲ ਕੇ ਵੱਡੇ ਰਾਜੇ ਨੂੰ ਹਰਾ ਦਿੱਤਾ। Sixth, is cooperating with one another useful or not? ਇੱਕ ਦੂਜੇ ਦਾ ਸਹਿਯੋਗ ਦੇਣਾ ਵਧੀਆ ਹੁੰਦਾ ਹੈ, ਸਹਾਇਕ ਹੁੰਦਾ ਹੈ ਕਿ ਨਹੀਂ? ਤੇ ਮੈਂ ਲਿਖਿਆ it is very beneficial, ਤੁਸੀਂ useful ਵੀ ਲਿਖ ਸਕਦੇ ਹੋ। ਅੱਗੇ ਚੱਲਦੇ ਹਾਂ। C part, he who sows reaps the same, ਯਾਨੀ ਕਿ ਜੋ ਬੀਜੋਗੇ ਉਹੀ ਵੱਢੋਗੇ, ਉਹੀ ਖਾਓਗੇ। ਤਾਂ ਧਿਆਨ ਨਾਲ ਸਾਨੂੰ ਕੰਮ ਕਰਨੇ ਚਾਹੀਦੇ ਨੇ। ਇੱਥੇ ਵੀ ਇੱਕ ਕਹਾਣੀ ਦਿੱਤੀ ਹੋਈ ਆ, ਸ਼ੁਰੂ ਕਰਦੇ ਹਾਂ। A hard working farmer named Gurmukh lived in a village।
ਇੱਕ ਪਿੰਡ ਵਿੱਚ ਗੁਰਮੁਖ ਨਾਂ ਦਾ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ। When he got old, his sons and daughters forgot his hard work of day and night and put his bed in the store. ਤੇ ਜਦੋਂ ਉਹ ਬਜ਼ੁਰਗ ਹੋ ਗਿਆ, ਉਸਦੇ ਪੁੱਤਰ ਤੇ ਧੀਆਂ ਨੇ ਉਸਦੀ ਦਿਨ ਰਾਤ ਦੀ ਮਿਹਨਤ ਨੂੰ ਭੁਲਾ ਕੇ ਉਸਦਾ ਬਿਸਤਰਾ ਇੱਕ ਸਟੋਰ ਦੇ ਵਿੱਚ ਲਾਤਾ। He was also given too little to eat. ਤੇ ਉਸਨੂੰ ਖਾਣ ਲਈ ਵੀ ਬਹੁਤ ਘੱਟ ਦਿੱਤਾ ਜਾਂਦਾ ਸੀ। The old man kept on coughing all day due to some ailment. यानी कि बुजुर्ग इंसान ਕਿਸੇ ਬਿਮਾਰੀ ਵਜੋਂ ਕਿਸੇ ਬਿਮਾਰੀ ਕਾਰਨ ਸਾਰਾ ਦਿਨ ਖੰਘਦਾ ਰਹਿੰਦਾ ਸੀ। His daughter-in-law and son did not pay attention to him. ਤੇ ਉਸਦੀ ਨੂੰਹ ਤੇ ਉਸਦੇ ਜਿਹੜੇ ਪੁੱਤ ਸੀ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ। One day, the old man's son said to his 10 years old son, "Son, it's too cold now." ਤੇ ਇੱਕ ਵਾਰ ਦੀ ਗੱਲ ਹੈਗੀ ਹੈ, ਇਸ ਬਜ਼ੁਰਗ ਇਨਸਾਨ ਨੇ ਆਪਣੇ 10 ਸਾਲ ਦੇ ਪੁੱਤ ਨੂੰ ਕਿਹਾ ਵੀ ਬੇਟਾ ਬਾਹਰ ਬਹੁਤ ਠੰਡ ਹੈਗੀ ਆ, you go and give a blanket to your grandfather. ਵੀ ਤੁਸੀਂ ਜਾਓ ਤੇ ਆਪਣੇ ਦਾਦਾ ਜੀ ਨੂੰ ਇੱਕ ਕੰਬਲ ਦੇ ਆਓ। The blanket he asked to give to his grandfather was an old one and torn from place to place. ਤੇ ਜੇ ਪੁੱਤ ਨੇ ਆਪਣੇ ਪੁੱਤ ਨੂੰ ਭੇਜਿਆ ਸੀ ਵੀ ਤੂੰ ਦਾਦੇ ਕੋਲ ਜਾ ਕੇ ਇਹ ਬਲੈਂਕਟ ਦੇ ਆ, ਰਜਾਈ ਦੇ ਆ, ਉਹ ਜਿਹੜੀ ਰਜਾਈ ਸੀ, ਕੰਬਲ ਸੀ ਜਿਹੜਾ ਉਹਨੇ ਆਪਣੇ ਦਾਦਾ ਜੀ ਨੂੰ ਦੇਣਾ ਸੀ, ਉਹ ਜਗ੍ਹਾ ਜਗ੍ਹਾ ਤੋਂ ਪਾਟਿਆ ਹੋਇਆ ਸੀ, ਬੁਰੀ ਹਾਲਤ ਵਿੱਚ ਸੀ। The boy gave half of the blanket to his grandfather and kept the other half somewhere. ਤਾਂ ਮੁੰਡੇ ਨੇ ਕੀ ਕੀਤਾ, ਜਿਹੜਾ ਅੱਧਾ ਕੰਬਲ ਸੀ ਉਹ ਜਾ ਕੇ ਆਪਣੇ ਦਾਦਾ ਜੀ ਨੂੰ ਦੇਤਾ ਤੇ ਅੱਧਾ ਕਿਤੇ ਹੋਰ ਰੱਖ ਦਿੱਤਾ। Next day, the old man complained to his son, "Son, the blanket you gave me last night was too small." ਤੇ ਅਗਲੇ ਦਿਨ ਉਸ ਬਜ਼ੁਰਗ ਇਨਸਾਨ ਨੇ, ਗੁਰਮੁਖ ਜੀ ਨੇ ਆਪਣੇ ਪੁੱਤ ਨੂੰ ਕਿਹਾ ਵੀ ਬੇਟਾ ਜਿਹੜਾ ਤੁਸੀਂ ਮੈਨੂੰ ਕੱਲ ਕੰਬਲ ਦਿੱਤਾ ਸੀ ਉਹ ਬਹੁਤ ਛੋਟਾ ਸੀ। It kept me shivering all night. ਤੇ ਬਹੁਤ ਛੋਟਾ ਹੋਣ ਕਰਕੇ ਮੈਂ ਸਾਰੀ ਰਾਤ ਕੰਬਦਾ ਰਿਹਾ। The old man's son was surprised when he saw the blanket. ਉਸ ਬਜ਼ੁਰਗ ਦੇ ਜਿਹੜੇ ਪੁੱਤਰ ਸੀ, ਜਦ ਉਹਨੇ ਉਹ ਕੰਬਲ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। It was a half blanket only. ਤੇ ਉਹ ਸਿਰਫ ਅੱਧਾ ਹੀ ਕੰਬਲ ਸੀ। He asked his son, "Son, where is the other half of the blanket that I gave to your grandpa yesterday?" ਤੇ ਉਸਨੇ ਆਪਣੇ ਬੇਟੇ ਨੂੰ ਪੁੱਛਿਆ ਵੀ ਬੇਟਾ ਇਹ ਬਾਕੀ ਅੱਧਾ ਕੰਬਲ ਕਿੱਥੇ ਹੈ ਜੋ ਮੈਂ ਤੁਹਾਨੂੰ ਦਿੱਤਾ ਸੀ ਵੀ ਤੁਸੀਂ ਜਾ ਕੇ ਦਾਦਾ ਜੀ ਨੂੰ ਦੇ ਦਿਓ। Dad, I have kept the other half of the blanket safe with me so that when you get older, it can come in handy for you, the child answered. ਤੇ ਫਿਰ ਮੁੰਡੇ ਨੇ ਜਵਾਬ ਦਿੱਤਾ ਵੀ ਪਿਤਾ ਜੀ ਮੈਂ ਕੰਬਲ ਦਾ ਬਾਕੀ ਅੱਧਾ ਹਿੱਸਾ ਆਪਣੇ ਕੋਲ ਸੰਭਾਲ ਕੇ ਰੱਖ ਲਿਆ ਤਾਂ ਜੋ ਜਦ ਤੁਸੀਂ ਵੱਡੇ ਹੋ ਜਾਓ, ਬਜ਼ੁਰਗ ਹੋ ਜਾਓ, ਮੈਂ ਤੁਹਾਨੂੰ ਆਰਾਮ ਨਾਲ ਉਹ ਅੱਧਾ ਹਿੱਸਾ ਦੇ ਸਕਾਂ। ਬੱਚੇ ਨੇ ਜਵਾਬ ਦਿੱਤਾ। On hearing the child's response, the man quickly realized that if we don't take care of our parents, our children would treat us the same way as we do. ਬੱਚੇ ਦਾ ਜਵਾਬ ਸੁਣ ਕੇ ਆਦਮੀ ਨੇ ਝੱਟ ਸਮਝ ਲਿਆ ਕਿ ਜੇਕਰ ਅਸੀਂ ਆਪਣੇ ਮਾਤਾ ਪਿਤਾ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਵੀ ਉਹੀ ਸਿੱਖਣਗੇ ਤੇ ਬੱਚੇ ਵੀ ਸਾਡੇ ਨਾਲ ਉਸੇ ਤਰੀਕੇ ਦਾ ਸਲੂਕ ਕਰਨਗੇ ਜੋ ਅਸੀਂ ਆਪਣੇ ਮਾਪਿਆਂ ਨਾਲ ਕਰ ਰਹੇ ਹਾਂ। The man apologized to his child and elderly father saying, ਤੇ ਫਿਰ ਉਸ ਮੁੰਡੇ ਨੇ, ਉਸ ਆਦਮੀ ਨੇ ਆਪਣੇ ਬੱਚੇ ਤੇ ਆਪਣੇ ਬਜ਼ੁਰਗ ਪਿਤਾ ਜੀ ਤੋਂ ਮਾਫੀ ਮੰਗੀ ਤੇ ਕੀ ਕਿਹਾ, Today my eyes are opened. ਅੱਜ ਮੇਰੀਆਂ ਅੱਖਾਂ ਖੁੱਲ ਗਈਆਂ। I have realized that what we sow today will be reaped someday. ਤੇ ਉਹ ਕਹਿੰਦਾ ਮੈਨੂੰ ਅਹਿਸਾਸ ਹੋ ਗਿਆ ਕਿ ਅੱਜ ਅਸੀਂ ਜੋ ਵੀ ਬੀਜਾਂਗੇ ਕੱਲ ਉਹੀ ਵੰਡਾਂਗੇ, ਉਹੀ ਸਾਨੂੰ ਖਾਣ ਨੂੰ ਮਿਲੇਗਾ। ਤਾਂ ਇਸ ਕਰਕੇ ਧਿਆਨ ਨਾਲ ਸਾਨੂੰ ਦੂਜਿਆਂ ਦੀ ਕੇਅਰ ਕਰਨੀ ਚਾਹੀਦੀ ਹੈ ਕਿਉਂਕਿ ਕਿਸਮਤ ਵਾਪਸ ਸਾਨੂੰ ਵੀ ਉੱਥੇ ਲੈ ਕੇ ਜਾ ਕੇ ਖੜਾ ਕਰ ਸਕਦੀ ਹੈ। ਠੀਕ ਹੈ,
ਅੱਗੇ ਚੱਲਦੇ ਹਾਂ। ਇੱਥੇ ਦਿੱਤਾ ਹੋਇਆ ਕੁਐਸਚਨ ਬੈਂਕ, ਸਵਾਲ ਦਿੱਤੇ ਹੋਏ ਨੇ। ਪਹਿਲਾ, ਹਾਊ ਡਿਡ ਦ ਓਲਡ ਮੈਨਸ ਸਨ ਟੇਕ ਕੇਅਰ ਆਫ ਹਿਸ ਫਾਦਰ? ਜਿਹੜੇ ਬਜ਼ੁਰਗ ਆਦਮੀ ਸੀ ਉਸਦੇ ਪੁੱਤਰ ਨੇ ਉਹਨਾਂ ਦੀ ਦੇਖਭਾਲ ਕਿਵੇਂ ਕੀਤੀ? ਤੇ ਮੈਂ ਇੱਥੇ ਆਨਸਰ ਲਿਖਿਆ ਹੈ, ਹੀ ਵਾਸ ਨਾਟ ਟੇਕਿੰਗ ਗੁੱਡ ਕੇਅਰ ਆਫ ਹਿਸ ਫਾਦਰ। ਉਹ ਆਪਣੇ ਪਿਤਾ ਜੀ ਦੀ ਚੰਗੀ ਦੇਖਭਾਲ ਨਹੀਂ ਕਰ ਰਿਹਾ ਸੀ। he wasn't concerned about his health or well-being, ਤੇ ਉਸਨੂੰ ਆਪਣੇ ਪਿਤਾ ਜੀ ਦੀ ਸਿਹਤ ਜਾਂ ਤੰਦਰੁਸਤੀ ਦੀ ਕੋਈ ਪਰਵਾਹ, ਕੋਈ ਚਿੰਤਾ ਨਹੀਂ ਸੀ। Second, what did the elder's grandson do to him? ਜਿਹੜਾ ਵੱਡਾ ਬੇਟਾ ਸੀ ਉਹਨੇ ਆਪਣੇ ਦਾਦਾ ਜੀ ਨਾਲ ਕੀ ਕੀਤਾ? He gave one half of the torn blanket to his grandfather after cutting it into two. ਉਸਨੇ ਫਟੇ ਹੋਏ ਕੰਬਲ ਦਾ ਅੱਧਾ ਹਿੱਸਾ ਆਪਣੇ ਦਾਦਾ ਜੀ ਨੂੰ ਦੇ ਦਿੱਤਾ। ਉਹ ਅੱਧਾ ਹਿੱਸਾ ਸੀ ਜੋ ਕਿ ਕੰਬਲ ਦਾ ਉਹਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀ। ਥਰਡ ਕੁਐਸਚਨ, what did the little boy answer to his father? ਤੇ ਛੋਟੇ ਬੱਚੇ ਨੇ ਆਪਣੇ ਪਿਤਾ ਜੀ ਨੂੰ ਕੀ ਜਵਾਬ ਦਿੱਤਾ? He said that when you ਦਾ ਮਤਲਬ ਉਸਦੇ ਪਿਤਾ ਜੀ, will grow older, ਜਦੋਂ ਬਜ਼ੁਰਗ ਹੋ ਜਾਣਗੇ, then he will give the other half of the blanket to him, ਤਾਂ ਉਹ ਕੰਬਲ ਦਾ ਬਾਕੀ ਦਾ ਅੱਧਾ ਹਿੱਸਾ ਉਹਨਾਂ ਨੂੰ ਦੇ ਦੇਗਾ। What did the man understand from the child's words? ਤੇ ਬੱਚੇ ਦੇ ਸ਼ਬਦਾਂ ਤੋਂ ਬੰਦੇ ਨੂੰ ਕੀ ਸਮਝ ਆਇਆ? ਇਹ ਆਨਸਰ ਲਿਖਿਆ ਹੈ, he understood his mistake, ਉਸਨੂੰ ਆਪਣੀ ਗਲਤੀ ਸਮਝ ਆ ਗਈ, and realized that if he did not take care of his elders ਜਾਂ parents, ਤੇ ਉਸਨੂੰ ਸਮਝ ਆ ਗਿਆ ਵੀ ਜੇਕਰ ਉਸਨੇ ਆਪਣੇ ਬਜ਼ੁਰਗਾਂ ਜਾਂ ਮਾਪਿਆਂ ਦੀ ਦੇਖਭਾਲ ਨਹੀਂ ਕੀਤੀ, then his children will learn the same, ਤਾਂ ਉਸਦੇ ਬੱਚੇ ਵੀ ਇਹੀ ਸਿੱਖਣਗੇ, and would not take care of him in the future, ਤੇ ਉਹ ਵੀ ਭਵਿੱਖ ਵਿੱਚ ਉਹਨਾਂ ਦੀ ਦੇਖਭਾਲ ਨਹੀਂ ਕਰਨਗੇ। ਹੁਣ ਆਪਾਂ ਅੱਗੇ ਚੱਲਦੇ ਹਾਂ ਡੀ ਪਾਰਟ ਵੱਲ। I am happy in the happiness of others, ਮੈਂ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੈਗਾ। ਇੱਥੇ ਵੀ ਸਾਨੂੰ ਇੱਕ ਕਹਾਣੀ ਦੱਸੀ ਹੋਈ ਹੈ। ਚਲੋ ਕਹਾਣੀ ਪੜ੍ਹਦੇ ਹਾਂ। In a village there lived a very noble and hard-working man named Allah Ditta. ਇੱਕ ਪਿੰਡ ਵਿੱਚ ਇੱਕ ਬਹੁਤ ਮਿਹਨਤੀ ਤੇ ਬਹੁਤ ਨੇਕ ਇਨਸਾਨ, ਨੋਬਲ ਦਾ ਮਤਲਬ ਨੇਕ, ਮਨੁੱਖ ਰਹਿੰਦਾ ਸੀ ਤੇ ਉਸਦਾ ਨਾਂ ਸੀ ਅੱਲਾ ਦਿੱਤਾ। He always wanted the best for everyone. ਉਹ ਹਮੇਸ਼ਾ ਸਾਰਿਆਂ ਦਾ ਭਲਾ ਚਾਹੁੰਦਾ ਸੀ, ਸਾਰਿਆਂ ਲਈ ਵਧੀਆ ਹੀ ਚਾਹੁੰਦਾ ਸੀ। He would not disappoint anyone who came to his door in the hour of need. ਉਹ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਕਰਦਾ ਸੀ ਜੋ ਲੋੜ ਦੀ ਘੜੀ ਵਿੱਚ ਉਸਦੇ ਦਰਵਾਜ਼ੇ ਤੇ ਆਉਂਦਾ ਸੀ। A small river flowed near his village. ਤੇ ਉਸਦੇ ਪਿੰਡ ਦੇ ਨੇੜੇ ਇੱਕ ਛੋਟੀ ਨਦੀ ਵਗਦੀ ਸੀ। This river used to destroy the crops of that village every year. ਤੇ ਇਹ ਦਰਿਆ ਹਰ ਸਾਲ ਉਸਦੇ ਪਿੰਡ ਦੀਆਂ ਫਸਲਾਂ ਨੂੰ ਤਬਾਹ ਕਰ ਦਿੰਦੀ ਸੀ। Many poor households ran out of food because of the destruction of crops. ਤੇ ਫਸਲਾਂ ਦੀ ਬਰਬਾਦੀ ਕਾਰਨ ਬਹੁਤ ਸਾਰੇ ਗਰੀਬ ਪਰਿਵਾਰਾਂ ਕੋਲ ਅਨਾਜ ਖਤਮ ਹੋ ਗਿਆ ਸੀ। When those people went to the house of Allah Ditta and asked for food, Allah Ditta would distribute all the food in his house among them. ਤੇ ਜਦੋਂ ਉਹ ਸਾਰੇ ਲੋਕ ਅੱਲਾ ਦਿੱਤਾ ਦੇ ਘਰ ਜਾਂਦੇ ਸੀ ਤੇ ਭੋਜਨ ਦੀ ਮੰਗ ਕਰਦੇ ਸੀ ਤਾਂ ਅੱਲਾ ਦਿੱਤਾ ਆਪਣੀ ਫਿਕਰ ਨਾ ਕਰਕੇ ਘਰ ਦਾ ਸਾਰਾ ਅਨਾਜ ਉਹਨਾਂ ਨੂੰ ਦੇ ਦਿੰਦਾ ਸੀ। ਅੱਲਾ ਦਿੱਤਾ himself would have remained hungry. ਉਹ ਆਪ ਤਾਂ ਭੁੱਖਾ ਰਹਿ ਲੈਂਦਾ ਸੀ, but he could not see the little children of his village crying due to hunger. ਪਰ ਉਸ ਤੋਂ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਹੋਏ ਨਹੀਂ ਦੇਖਿਆ ਜਾਂਦਾ ਸੀ। ਅੱਗੇ ਦੇਖਦੇ ਹਾਂ ਕੀ ਹੁੰਦਾ ਹੈ। One day, Allah Ditta thought of building a dam on the riverside of the village so that the crops of his village would be saved and all the people would be happy. ਤੇ ਇੱਕ ਦਿਨ ਅੱਲਾ ਦਿੱਤਾ ਨੇ ਪਿੰਡ ਦੇ ਦਰਿਆ ਵਾਲੇ ਪਾਸੇ ਇੱਕ ਬੰਦ ਬਣਾਉਣ ਦਾ ਸੋਚਿਆ ਤਾਂ ਜੋ ਪਿੰਡ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਪਾਣੀ ਤੋਂ ਖਰਾਬ ਨਾ ਹੋਣ, ਤਬਾਹ ਨਾ ਹੋਣ ਤੇ ਲੋਕ ਖੁਸ਼ ਰਹਿਣ। He persuaded the whole village to come together and build a dam. ਤੇ ਉਸਨੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਤੇ ਬੰਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ।
All the people had full respect for Allah ਦਿੱਤਾ ਤੇ ਸਾਰੇ ਲੋਕਾਂ ਦੇ ਦਿਲਾਂ ਵਿੱਚ ਅੱਲਾ ਦਿੱਤਾ ਬਾਰੇ ਪੂਰਾ ਸਤਿਕਾਰ ਸੀ. The people obeyed him and agreed to build the dam. ਤੇ ਲੋਕਾਂ ਨੇ ਉਸ ਦੀ ਗੱਲ ਮੰਨ ਲਈ ਤੇ ਡੈਮ ਬਣਾਉਣ ਬਾਰੇ ਹਾਂ ਕਰਤੀ. The whole village worked for 6 months to build a dam on the river. ਤੇ ਡੈਮ ਬਣਾਉਣ ਦੇ ਲਈ ਪੂਰੇ ਪਿੰਡ ਨੇ 6 ਮਹੀਨੇ ਤੱਕ ਮਿਲ ਕੇ ਮਿਹਨਤ ਕੀਤੀ ਤੇ ਬੰਨ ਬਣਾ ਲਿਆ. The dam was completed. ਤੇ ਡੈਮ ਪੂਰਾ ਹੋ ਗਿਆ. Now the rainy season had begun. ਹੁਣ ਜਿਹੜਾ ਬਾਰਿਸ਼ ਜਾਂ ਬਰਸਾਤਾਂ ਦਾ ਮੌਸਮ ਸੀ ਉਹ ਸ਼ੁਰੂ ਹੋ ਗਿਆ ਸੀ. Water came into the river. ਤੇ ਹੁਣ ਕੀ ਹੋਇਆ? ਬਰਸਾਤ ਦੇ ਮੌਸਮ ਦੇ ਵਿੱਚ ਨਦੀ ਵਿੱਚ ਪਾਣੀ ਆ ਗਿਆ. The water could not hit this side as it was blocked by the dam built towards the village. ਹੁਣ ਜਿਹੜਾ ਪਾਣੀ ਆਇਆ ਉਹ ਇਸ ਪਾਸੇ ਨਹੀਂ ਆਇਆ ਕਿਉਂਕਿ ਇਸ ਪਾਸੇ ਲੋਕਾਂ ਨੇ ਕੀ ਬਣਾਤਾ ਸੀ? ਡੈਮ ਬਣਾਤਾ ਸੀ. There was abundance of crops this time all over the village. ਇਸ ਵਾਰ ਸਾਰੇ ਪਿੰਡ ਵਿੱਚ ਬਹੁਤ ਫਸਲਾਂ ਸੀ, ਖਾਣ ਨੂੰ ਬਹੁਤ ਕੁਝ ਸੀ ਕਿਉਂਕਿ ਐਤਕੀ ਉਹਨਾਂ ਦੀਆਂ ਫਸਲਾਂ ਖਰਾਬ ਹੀ ਨਹੀਂ ਹੋਈਆਂ ਸਨ ਪਾਣੀ ਕਰਕੇ. This was the time when no one's food ran out and no one came to Allah Ditta's house to beg for. ਇਹ ਉਹ ਸਮਾਂ ਸੀ ਜਦੋਂ ਕਿਸੇ ਦਾ ਵੀ ਅੰਨ ਖਤਮ ਨਹੀਂ ਹੋਇਆ ਸੀ, ਫਸਲਾਂ ਖਰਾਬ ਨਹੀਂ ਹੋਈਆਂ ਸੀ ਤੇ ਕਿਸੇ ਨੂੰ ਵੀ ਅੱਲਾ ਦਿੱਤਾ ਕੋਲੇ ਜਾ ਕੇ ਮੰਗਣਾ ਨਹੀਂ ਸੀ ਪਿਆ. It was the first time in the season of floods that Allah Ditta slept after eating enough bread. ਹੜ੍ਹਾਂ ਦੇ ਮੌਸਮ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਅੱਲਾ ਦਿੱਤਾ ਰੋਟੀ ਖਾ ਕੇ ਸੋਇਆ ਸੀ, ਵਰਨਾ ਤਾਂ ਉਹ ਸਾਰਾ ਸਮਾਨ ਆਪਣਾ ਵੰਡ ਦਿੰਦਾ ਸੀ ਲੋਕਾਂ ਵਿੱਚ. Now the people were happy and Allah Ditta was happy along with people. ਹੁਣ ਸਾਰੇ ਲੋਕ ਬਹੁਤ ਖੁਸ਼ ਸਨ ਤੇ ਇਹ ਦੇਖ ਕੇ ਅੱਲਾ ਦਿੱਤਾ ਵੀ ਬਹੁਤ ਖੁਸ਼ ਸੀ. ਅੱਗੇ ਚੱਲਦੇ ਹਾਂ. ਇੱਥੇ ਦਿੱਤਾ ਹੋਇਆ ਕੁਐਸਚਨ ਬੈਂਕ. ਪਹਿਲਾ ਸਵਾਲ, what was the nature of ਅੱਲਾ ਦਿੱਤਾ? ਅੱਲਾ ਦਿੱਤਾ ਦਾ ਸੁਭਾਅ ਕਿਹੋ ਜਿਹਾ ਸੀ? ਮੈਂ ਇੱਥੇ ਆਨਸਰ ਲਿਖਿਆ he had a very good nature. ਉਸਦਾ ਸੁਭਾਅ ਬਹੁਤ ਚੰਗਾ ਸੀ, ਵਧੀਆ ਸੀ. he was noble, ਨੇਕ ਸੀ, hard working, ਮਿਹਨਤੀ ਸੀ, kind ਸੀ, ਦਿਆਲੂ and always cared about others' happiness. ਤੇ ਹਮੇਸ਼ਾ ਦੂਜਿਆਂ ਦੀ ਖੁਸ਼ੀ ਬਾਰੇ ਹੀ ਸੋਚਦਾ ਸੀ. Second, why did Allah Ditta himself go hungry? ਉਹ ਆਪ ਕਿਉਂ ਭੁੱਖਾ ਸੌਂਦਾ ਸੀ? He used to distribute all his grains to the needy. ਉਹ ਆਪਣਾ ਸਾਰਾ ਅਨਾਜ ਲੋੜਵੰਦਾਂ ਨੂੰ ਵੰਡ ਦਿੰਦਾ ਸੀ and stayed hungry himself. ਤੇ ਆਪ ਭੁੱਖਾ ਹੀ ਰਹਿੰਦਾ ਸੀ. Third, what did Allah Ditta say to villagers? Allah Ditta ਨੇ ਪਿੰਡ ਦੇ ਲੋਕਾਂ ਨੂੰ ਕੀ ਕਿਹਾ? He asked them to build a dam. ਉਹਨੇ ਕਿਹਾ ਵੀ ਚਲੋ ਰਲ ਕੇ ਡੈਮ ਬਣਾਈਏ ਤਾਂ ਕਿ ਫਸਲਾਂ ਨੂੰ ਬਚਾਇਆ ਜਾ ਸਕੇ ਪਾਣੀ ਤੋਂ. Fourth question, why didn't anyone come to Allah Ditta's house to ask for food after the construction of dam? ਅੱਲਾ ਦਿੱਤਾ ਦੇ ਘਰ ਕੋਈ ਕਿਉਂ ਨਹੀਂ ਆਇਆ ਜਦ ਡੈਮ ਬਣ ਗਿਆ ਸੀ? ਖਾਣਾ ਮੰਗਣ ਕਿਉਂ ਨਹੀਂ ਆਇਆ ਕੋਈ? After the dam was constructed, ਜਦ ਡੈਮ ਬਣ ਗਿਆ ਸੀ, there was no destruction of crops. ਜਿਹੜੀਆਂ ਫਸਲਾਂ ਸੀ ਉਹ ਤਬਾਹ ਨਹੀਂ ਹੋਈਆਂ ਸਨ. Everyone got a good yield. ਹਰ ਕਿਸੇ ਨੂੰ ਇੱਕ ਚੰਗੀ ਪੈਦਾਵਾਰ ਮਿਲੀ ਸੀ and there was no shortage of grains. ਤੇ ਅਨਾਜ ਦੀ ਕੋਈ ਵੀ ਘਾਟ ਨਹੀਂ ਸੀ. ਅੱਗੇ ਚੱਲਦੇ ਹਾਂ. Fifth question, how did Allah Ditta become happy? Allah Ditta ਖੁਸ਼ ਕਿਵੇਂ ਹੋਇਆ? ਮੈਂ ਇੱਥੇ ਲਿਖਿਆ because yield was good. ਉਸ ਸਾਲ ਜਿਹੜੀ ਪੈਦਾਵਾਰ ਸੀ ਉਹ ਵਧੀਆ ਹੋਈ ਸੀ, ਖੇਤੀ ਵਧੀਆ ਹੋਈ ਸੀ. Everyone was happy. ਹਰ ਕੋਈ ਖੁਸ਼ ਸੀ. And Allah Ditta himself got food to eat. ਤੇ ਐਤਕੀ ਉਹਨੂੰ ਵੀ ਖਾਣਾ ਖਾਣ ਨੂੰ ਮਿਲਿਆ ਸੀ. ਪਰ ਜ਼ਿਆਦਾ ਖੁਸ਼ ਉਹ ਇਸ ਲਈ ਸੀ ਕਿਉਂਕਿ ਹਰ ਕੋਈ ਖੁਸ਼ ਸੀ. So he was happy because everyone else was happy. ਆਪਣੇ ਕਰਕੇ ਨਹੀਂ ਕਿਉਂਕਿ ਬਾਕੀ ਸਾਰੇ ਖੁਸ਼ ਸੀ, ਇਸ ਕਰਕੇ ਉਹ ਵੀ ਖੁਸ਼ ਸੀ. ਅੱਗੇ ਦਿੱਤੀਆਂ ਹੋਈਆਂ ਨੇ ਸਾਨੂੰ ਐਕਟੀਵਿਟੀਜ਼. A part, getting children ready to do school chores, यानी कि कुछ
ਤਿਆਰ ਕਰਨਾ ਬੱਚਿਆਂ ਨੂੰ ਕਿ ਉਹ ਸਕੂਲ ਦੇ ਕੁਝ ਕੰਮ ਕਰ ਸਕਣ। ਕੀ ਕੰਮ ਹੋ ਸਕਦੇ ਨੇ? ਵਰਕਸ ਲਾਈਕ ਕਲੀਨਿੰਗ ਰੂਮਸ, ਐਟਲੀਸਟ ਆਪਣੇ ਆਲੇ ਦੁਆਲੇ ਦੇ ਬੈਂਚ ਤੇ ਕੂੜਾ ਨਾ ਸਿੱਟਣਾ, ਵਾਟਰਿੰਗ ਪਲਾਂਟਸ, ਪਾਣੀ ਦੇਣਾ ਫੁੱਲਾਂ ਨੂੰ, ਇਹ ਕੀਤਾ ਜਾ ਸਕਦਾ ਹੈ। ਦੂਜਾ ਕੰਮ ਕਿਹਾ ਗਿਆ ਬੀ ਪਾਰਟ, ਹਾਊ ਡਿਡ ਯੂ ਹੈਲਪ ਸਮਵਨ, ਕਿ ਤੁਸੀਂ ਕਦੇ ਕਿਸੇ ਦੀ ਮਦਦ ਕੀਤੀ ਹੈ ਤਾਂ ਕਿਵੇਂ ਕੀਤੀ ਹੈ। ਰਾਈਟ ਔਰ ਟਾਕ ਅਬਾਊਟ ਇਟ ਵਿਦ ਅਦਰ ਚਿਲਡਰਨ, ਦੂਜੇ ਬੱਚਿਆਂ ਨਾਲ ਇਸ ਬਾਰੇ ਜਾਂ ਤਾਂ ਗੱਲ ਕਰੋ ਜਾਂ ਇਸ ਬਾਰੇ ਲਿਖੋ। ਮੈਂ ਲਿਖਿਆ ਆਈ ਹੈਲਪਡ ਐਨ 올ਡ ਏਜਡ ਪਰਸਨ ਇਨ ਕ੍ਰਾਸਿੰਗ ਦ ਰੋਡ, ਇੱਕ ਵਾਰ ਮੈਂ ਇੱਕ ਬਜ਼ੁਰਗ ਵਿਅਕਤੀ ਦੀ ਸੜਕ ਪਾਰ ਕਰਨ ਵਿੱਚ ਮਦਦ ਕੀਤੀ ਸੀ। There was a great rush on the road, ਸੜਕ ਤੇ ਬਹੁਤ ਭੀੜ ਸੀ। I helped him to cross the road, ਤੇ ਮੈਂ ਉਸਨੂੰ ਸੜਕ ਪਾਰ ਕਰਨ ਵਿੱਚ ਮਦਦ ਕੀਤੀ ਸੀ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਇੱਕ ਚੈਪਟਰ। ਹੁਣ ਆਪਾਂ ਅਗਲੀ ਕਲਾਸ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ, ਬਾਏ ਬਾਏ।